ਦਰਸ਼ਕੋ ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੇ ਇਨਸਾਨ ਦੇ ਕੋਲ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਦਾ ਦਰਸ਼ਕੋ ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੇ ਇਨਸਾਨ ਦੇ ਕੋਲ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਦਾ, ਉਹਨਾਂ ਦੇ ਦੁੱਖਾਂ ਨੂੰ ਚੂਸਦਾ, ਜਿਨ੍ਹਾਂ ਨੇ ਐਜ਼ ਏ ਡਾਕਟਰ ਰਜੇਸ਼ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ। ਰਜੇਸ਼ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਰਜੇਸ਼ ਜੀ, ਕੀ ਕਹਿਣਾ ਚਾਹੋਗੇ ਕਿ ਕਾਉਂਸਲਿੰਗ ਜਿਹੜਾ ਕਿ ਇੱਕ ਐਸਾ ਪਾਰਟ ਹੈ ਅੱਜ ਦਾ ਜਿਹੜਾ ਜ਼ਮਾਨਾ ਜਿਸ ਦੇ ਵਿੱਚ ਲੋਕ ਡਿਪਰੈਸ਼ਨ ਦੇ ਵਿੱਚ ਮਾਈਂਡ ਸੈਟਅਪ ਉਹਨਾਂ ਦੇ ਬਹੁਤ ਜ਼ਿਆਦਾ ਵਿਖੜੇ ਹੋਏ ਆ, ਖਾਸ ਕਰਕੇ ਕਰੋਨਾ ਤੋਂ ਬਾਅਦ ਜਿੱਦਾਂ ਫਾਈਨੈਂਸ਼ੀਅਲ ਲੌਸਿਸ ਔਰ ਜੌਬ ਲੋਕਾਂ ਦੀ ਚਲੀ ਗਈ ਹੈ, ਲੋਕਾਂ ਨੂੰ ਇਕੱਲੇਪਨ ਦੇ ਵਿੱਚ, ਬੱਚਿਆਂ ਨੂੰ ਬੜੀ ਅੱਗੇ ਨਹੀਂ ਹੁੰਦੀ ਸੀਗੀ, ਉਹਨਾਂ ਨੂੰ ਬੜਾ ਡਿਪਰੈਸ਼ਨ ਦਾ ਜਿਹੜਾ ਹੈਗਾ ਟਰਮ ਲੋਕਾਂ ਨੂੰ ਪਤਾ ਚੱਲ ਗਿਆ। ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਯੈਸ ਡੈਫੀਨੇਟਲੀ ਕਿ ਜਿਹੜਾ ਕੋਵਿਡ ਆਇਆ ਹੈ ਇਹਦੇ ਨਾਲ ਬਹੁਤ ਜ਼ਿਆਦਾ ਚੇਂਜਸ ਆਈਆਂ ਹੈ। ਲੋਕਾਂ ਦੇ ਇਕੱਲੇ ਰਹਿਣ ਕੇ ਬੜੇ ਲੋਕਾਂ ਦੇ ਰੋਜ਼ਗਾਰ ਛਿਨ ਗਏ ਨੇ ਅਤੇ ਡਿਪਰੈਸ਼ਨ, ਐਂਗਜ਼ਾਇਟੀ, OCD ਇਹੋ ਜਿਹੀ ਚੀਜ਼ਾਂ ਬਹੁਤ ਵਧੀਆ ਨੇ। ਅਤੇ ਬਾਕੀ ਇੱਕ ਹੋਰ ਹੈ ਕਿ ਸਾਡੇ ਜਿਹੜਾ ਇੱਥੇ ਲੋਕ ਹੈਲਥ ਨੂੰ ਲੈ ਕੇ ਇੰਨਾ ਕੌਨਸ਼ੀਅਸ ਨਹੀਂ ਹੁੰਦੇ। ਨੋਰਮਲੀ ਅਗਰ ਤੁਸੀਂ ਫੋਰਨ ਕੰਟਰੀਜ਼ ਜਾਓ ਤਾਂ ਤੁਸੀਂ ਇੱਕੋ ਦਮ ਦਵਾਈਆਂ 'ਤੇ ਨਹੀਂ ਆਉਂਦੇ। ਇੱਥੇ ਇੱਕ ਲੋਕਾਂ ਦਾ ਇੱਕ ਮਿਥ ਹੈ ਕਿ ਜਦੋਂ ਵੀ ਤੁਹਾਨੂੰ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਹੁੰਦੀ ਹੈ ਤੁਹਾਨੂੰ ਸਾਈਕੈਟਰਿਸਟ ਕੋਲ ਜਾਣਾ ਚਾਹੀਦਾ ਹੈ। ਔਰ ਬੇਸਿਕਲੀ ਸਾਈਕੈਟਰਿਸਟ, ਮੈਂ ਨਹੀਂ ਕਹਿੰਦਾ ਕਿ ਸਾਈਕੈਟਰਿਸਟ ਠੀਕ ਨਹੀਂ ਕਰ ਰਹੇ, ਉਹ ਦਵਾਈਆਂ ਦਿੰਦੇ ਨੇ, ਲੇਕਿਨ ਉਹਨਾਂ ਦਵਾਈਆਂ ਨਾਲ ਸਾਈਡ ਇਫੈਕਟ ਬੜੇ ਹੁੰਦੇ ਨੇ। ਬਟ ਇਟ ਹੈਜ਼ ਬੀਨ ਐਕਸੈਪਟਡ ਇਨ ਮੈਨੀ ਰਿਸਰਚ ਦੈਟ ਕਿ ਜਦੋਂ ਤੁਹਾਨੂੰ ਕੋਈ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, ਲੋਨਲੀਨੈਸ ਇੱਦਾਂ ਦੀ ਚੀਜ਼ਾਂ ਸ਼ੁਰੂ ਹੁੰਦੇ ਨੇ, ਸ਼ੁਰੂਆਤੀ ਦੌਰਾਂ ਵਿੱਚ ਕਾਉਂਸਲਿੰਗ ਇਜ਼ ਮੋਰ ਇਫੈਕਟਿਵ ਦੈਨ ਮੈਡੀਸਨਸ। ਐਂਡ ਤੁਹਾਨੂੰ ਇੱਕ ਸਾਈਕੈਟਰਿਸਟ ਜਾਣ ਤੋਂ ਪਹਿਲਾਂ ਇੱਕ ਕਾਉਂਸਲਰ ਨਾਲ ਜ਼ਰੂਰ ਹੀ ਕੰਟੈਕਟ ਕਰਨਾ ਚਾਹੀਦਾ ਹੈ। ਐਂਡ ਤੁਹਾਨੂੰ ਆਪਣਾ ਇੱਕ ਰੂਟ ਕੋਜ਼ ਐਨਾਲਿਸਿਸ ਜ਼ਰੂਰ ਕਰਵਾਉਣਾ ਚਾਹੀਦਾ ਹੈ, ਜਿਹੜਾ ਕਿ ਕਾਉਂਸਲਰ ਜਾਂ ਸਾਈਕੋਥੈਰੇਪਿਸਟ ਕਰ ਸਕਦਾ, ਇੱਕ ਸਾਈਕੈਟਰਿਸਟ ਨਹੀਂ ਕਰ ਸਕਦਾ। ਸਰ, ਕੀ ਕਹਿਣਾ ਚਾਹੋਗੇ ਕਿ ਜਦੋਂ ਬੰਦਾ ਆਉਂਦਾ ਤੁਹਾਡੇ ਕੋਲੇ, ਦਿਲ ਨੂੰ ਫਰੋਲਦਾ, ਉਹਦੇ ਮਨ ਦੇ ਉਦਾਸੀਆਂ, ਉਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਡਿਪਰੈਸ਼ਨ ਹੁੰਦਾ, ਕਿਉਂਕਿ ਉਹ ਆਪਣਾ ਢਿੱਡ ਫਰੋਲਣ ਨੂੰ ਹੁੰਦਾ, ਔਰ ਜਿਸ ਤਰੀਕੇ ਨਾਲ ਤੁਸੀਂ ਜਦੋਂ ਗੱਲਬਾਤ ਕਰਦੇ ਹੋ ਗੁਪਤਾ ਜੀ, ਈ ਜ਼ੋਨ 'ਚ ਲੈ ਕੇ ਜਾਂਦੇ ਹੋ, ਅਗਲੇ ਨੂੰ ਪਿਆਰ ਕਰਦੇ ਹੋ, ਅਗਲੇ ਦੀ ਮਨ ਦੀ ਭਾਵਨਾ ਨੂੰ ਸਮਝਦੇ ਹੋ, ਅਗਲੇ ਨੂੰ ਦੱਸਦੇ ਹੋ ਵੀ ਭਾਈ ਨਾ ਘਬਰਾ ਤੂੰ। ਬਥੇਰੇ ਪੇਸ਼ੈਂਟ ਜਿਹੜੇ ਹੈਗੇ ਇਹੋ ਜਿਹੇ ਸਹੀ ਹੋ ਕੇ ਗਏ ਆ। ਕੀ ਕਹਿਣਾ ਚਾਹੋਗੇ ਕਿ ਜਦੋਂ ਤੁਹਾਡੇ ਨਾਲ ਉਹ ਮਿਲਦਾ ਬੰਦਾ, ਜਦੋਂ ਤੁਸੀਂ ਇੱਕ ਦੋ ਸਿਟਿੰਗਸ ਉਹਦੇ ਨਾਲ ਲੈਂਦੇ ਆ, ਅਤੇ ਉਹਦੇ ਵਿੱਚ ਇੱਕ ਅਜੀਬ ਕਿਸਮ ਦੀ ਚੇਂਜ ਆਉਂਦੀ ਹੈਗੀ ਆ? ਕੀ ਕਹਿਣਾ ਚਾਹੋਗੇ? ਬੇਸਿਕਲੀ ਡੈਫੀਨੇਟਲੀ ਜਿਹੜਾ ਸਾਡਾ ਕਲੀਨਿਕ ਹੈ, ਇਟ ਇਜ਼ ਪਿਓਰਲੀ ਅ ਹੋਲਿਸਟਿਕ ਕਲੀਨਿਕ। ਅਸੀਂ ਸਿਰਫ ਹਰਬਸ, ਹਿਪਨੋਸਿਸ, ਕਾਉਂਸਲਿੰਗ ਅਤੇ ਮਾਈਂਡ ਪਾਵਰ ਨਾਲ ਹੀ ਠੀਕ ਕਰਨੇ ਆ। ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦੇ ਨੇ, ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਉਹਨਾਂ ਵਿੱਚ ਮੇਨਲੀ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ, OCD, ਮੈਰਿਜ ਐਂਡ ਕਪਲ ਰਿਲੇਸ਼ਨ ਵਾਲੀ ਪ੍ਰੋਬਲਮ ਹੁੰਦੀ ਨੇ, ਔਰ ਜਿਹੜੇ ਕਿ ਆਪਣੇ ਆਪ ਨੂੰ ਆਈਡੈਂਟੀਫਾਈ ਨਹੀਂ ਕਰ ਪਾਉਂਦੇ। ਫੋਰ ਐਗਜ਼ਾਮਪਲ, ਅਗਰ ਤੁਹਾਨੂੰ OCD ਹੈ, ਉਹਦੇ ਨਾਲ ਤੁਹਾਨੂੰ ਐਂਗਜ਼ਾਇਟੀ ਵੀ ਹੋਏਗੀ, ਮੂਡ ਸਵਿੰਗਸ ਵੀ ਹੋਏਗੀ, ਤੁਹਾਨੂੰ ਸੁਸਾਈਡਲ ਫੀਲਿੰਗਸ ਵੀ ਹੋਣਗੀਆਂ। ਸੁਸਾਈਡਲ ਫੀਲਿੰਗਸ ਵਾਲੇ ਬੜੇ ਕੇਸਿਸ ਅੱਜ ਕੱਲ੍ਹ ਯੰਗਸਟਰਸ ਬਹੁਤ ਵੱਧ ਗਏ ਨੇ, ਅਤੇ ਡੈਫੀਨੇਟਲੀ ਉਹਨਾਂ ਦਾ ਜਿਹੜਾ ਹੱਲ ਹੈ ਉਹ ਦਵਾਈਆਂ ਵਿੱਚ ਨਹੀਂ ਹੈ। ਟੂ ਸਟਾਰਟ ਵਿਦ, ਮੈਂ ਇਹ ਨਹੀਂ ਕਹਿੰਦਾ, ਅਗਰ ਜਿਹੜਾ ਡਿਪਰੈਸ਼ਨ ਹੈ ਕਈ ਤਰ੍ਹਾਂ ਦਾ ਹੁੰਦਾ, 10 ਤਰ੍ਹਾਂ ਦਾ ਹੁੰਦਾ ਹੈ। ਕਲੀਨਿਕਲ ਡਿਪਰੈਸ਼ਨ ਵੀ ਹੁੰਦਾ ਹੈ, ਨੋਨ ਕਲੀਨਿਕਲ ਡਿਪਰੈਸ਼ਨ ਵੀ ਹੁੰਦਾ ਹੈ। ਜ਼ਿਆਦਾਤਰ ਲੋਕਾਂ ਵਿੱਚ ਨੋਨ ਕਲੀਨਿਕਲ ਡਿਪਰੈਸ਼ਨ ਹੁੰਦਾ ਹੈ। ਨੋਨ ਕਲੀਨਿਕਲ ਡਿਪਰੈਸ਼ਨ ਵਿੱਚ ਤੁਹਾਨੂੰ ਹਮੇਸ਼ਾ ਇੱਕ ਹੋਲਿਸਟਿਕ ਪ੍ਰੋਫੈਸ਼ਨਲ ਕੋਲ ਜਾਣਾ ਚਾਹੀਦਾ ਹੈ। ਸਾਡੇ ਕੋਲ ਅਗਰ ਤੁਹਾਨੂੰ ਕੋਈ ਵੀ ਡਿਪਰੈਸ਼ਨ ਹੁੰਦਾ ਹੈ, ਸਟ੍ਰੈਸ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਹੈ, OCD ਹੁੰਦੀ ਹੈ, ਜਾਂ ਸਿਜ਼ੋਫਰੈਨਿਕ ਫੀਲਿੰਗਸ ਹੁੰਦੀਆਂ ਨੇ, ਜਾਂ ਬਾਈਪੋਲਰ ਹੁੰਦੀਆਂ ਨਾ, ਇਹ ਸਾਰੀ ਦੀ ਸਾਰੀ ਚੀਜ਼ਾਂ ਦਵਾਈਆਂ ਤੋਂ ਬਗੈਰ ਠੀਕ ਹੋ ਜਾਂਦੀਆਂ। ਸਭ ਤੋਂ ਪਹਿਲੇ ਅਸੀਂ ਉਸ ਇਨਸਾਨ ਦਾ ਇੱਕ ਰੂਟ ਕੋਜ਼ ਐਨਾਲਿਸਿਸ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਿਕੋਜ਼ ਸਾਈਕੋਲੋਜੀਕਲ ਇਸ਼ੂਜ਼ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਇਹਨਾਂ ਦੇ ਕਈ ਰੂਟ ਕੋਜ਼ ਹੋ ਸਕਦੇ ਹੈ। ਮੋਸਟਲੀ ਇਹ ਵਾਲੇ ਜਿਹੜੇ ਕੇਸਿਸ ਹੈ ਜੈਨੇਟਿਕ ਹੋ ਸਕਦੇ ਹੈ, ਐਨਵਾਇਰਮੈਂਟਲ ਹੋ ਸਕਦੇ ਹੈ, ਬੱਚੇ ਦੀ ਕੁਝ ਪਰਿਸਥਿਤੀਆਂ ਹੋ ਸਕਦੀਆਂ ਹੈ, ਜਾਂ ਬੱਚੇ ਨੂੰ ਕਈ ਵਾਰੀ ਕੋਈ ਅਚਾਨਕ ਹੀ ਇਹੋ ਜਿਹਾ ਮੈਂਟਲ ਸ਼ੌਕ ਲੱਗਦਾ ਕਿ ਜਦੋਂ ਇਹੋ ਜਿਹੀ ਚੀਜ਼ਾਂ ਵੱਧ ਜਾਂਦੀਆਂ। ਸੋ ਡੈਫੀਨੇਟਲੀ ਰੂਟ ਕੋਜ਼ ਐਨਾਲਿਸਿਸ ਕੀਤੇ ਬਗੈਰ ਆ ਚੀਜ਼ਾਂ ਨਹੀਂ ਹੁੰਦੀਆਂ। ਅਤੇ ਪੰਜਾਬ 'ਚ ਹੁਣ ਜਿਵੇਂ ਆਪਣਾ ਨਸ਼ੇ ਦੀ ਆਦਤ ਹੋ ਗਈ ਹੈ, ਆਹ ਨਸ਼ੇ ਦੀ ਆਦਤ ਵੀ ਕਾਉਂਸਲਿੰਗ ਨਾਲ ਛੁਡਵਾਈ ਜਾਂਦੀ ਹੈ। ਅਤੇ ਸਾਡੇ ਕਲੀਨਿਕ ਵਿੱਚ ਆਹ ਜਿਹੜੀ ਵੀ ਚੀਜ਼ਾਂ ਨੇ, ਆਹ ਬਲੈਂਡ ਆਫ ਹੋਲਿਸਟਿਕ ਵੇਜ਼ ਨਾਲ ਕੀਤੀਆਂ ਜਾਂਦੀਆਂ, ਜਿਵੇਂ ਹਿਪਨੋਥੈਰੇਪੀ, ਸਾਈਕੋਥੈਰੇਪੀ, ਕਾਉਂਸਲਿੰਗ, ਮੈਡੀਟੇਸ਼ਨ, ਮਾਈਂਡ ਪਾਵਰ
ਐਂਡ ਸਭ ਤੋਂ ਜਿਹੜੀ ਵਧੀਆ ਚੀਜ਼ ਹੈ ਦੈਟ ਇਜ਼ ਅ ਥਿੰਕਿੰਗ ਟੂਲਸ, ਬਿਕੋਜ਼ ਜਦੋਂ ਸਾਡੇ ਸਾਈਕੋਲੋਜੀਕਲ ਇਸ਼ੂਜ਼ ਹੋ ਜਾਂਦੇ ਨੇ, ਸਾਡੀ ਜਿਹੜੀ ਥਿੰਕਿੰਗ ਹੈ ਨੈਗੇਟਿਵ ਹੋ ਜਾਂਦੀ ਹੈ। ਔਰ ਨੈਗੇਟਿਵ ਥਿੰਕਿੰਗ ਦਾ ਕੀ ਹੁੰਦਾ, ਜਿੰਨੀ ਦੇਰ ਤੱਕ ਅਸੀਂ ਥਿੰਕਿੰਗ ਨੂੰ ਆਪਾਂ ਪੋਜ਼ਿਟਿਵ ਨਹੀਂ ਕਰਦੇ। ਆਈ ਐਮ ਅ ਸਰਟੀਫਾਈਡ ਟ੍ਰੇਨਰ ਬਾਈ ਦੀ ਡਾਕਟਰ ਐਡਵਰਡ ਡਿਬੋਨੋ ਥਿੰਕਿੰਗ ਟੂਲਸ, ਵਿਚ ਇਜ਼ ਅ ਟੂਲ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣਾ ਇੱਕ TB ਜਾਂ ਬੁਖਾਰ ਦਾ ਇਲਾਜ ਹੋ ਸਕਦਾ ਹੈ, ਆਪਣੀ ਇੱਕ ਨੈਗੇਟਿਵ ਥਿੰਕਿੰਗ ਨੂੰ ਵੀ ਆਪਾਂ ਪੋਜ਼ਿਟਿਵ ਉਹਨਾਂ ਟੂਲਸ ਰਾਹੀਂ ਕਰ ਸਕਦੇ ਹਾਂ। ਤਾਂ ਅਸੀਂ ਇਹਨਾਂ ਟੂਲਸ ਰਾਹੀਂ ਅਸੀਂ ਉਹਨਾਂ ਬੰਦਿਆਂ ਦਾ ਵੀ ਮੈਡੀਸਿਨਸ ਛੁਡਵਾ ਦਿੱਤੀਆਂ ਜਿਨ੍ਹਾਂ ਦਾ 15-20 ਸਾਲ ਤੋਂ ਡਿਪਰੈਸ਼ਨ, ਐਂਗਜ਼ਾਈਟੀ, OCD ਜਿਹੜੇ ਕਿ ਸਿਰਫ ਮੈਡੀਸਿਨਸ 'ਤੇ ਬੇਸ ਸੀਗੇ। ਸਰ ਕੀ ਕਹਿਣਾ ਚਾਹੋਗੇ ਕਿ ਲੰਬਾ ਤਜਰਬਾ ਤੁਹਾਡਾ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਪੇਸ਼ੈਂਟ ਦੀ ਜਿਹੜੀ ਸਾਰੀ ਜਾਣਕਾਰੀ ਹੈਗੀ ਆ ਉਹਨੂੰ ਗੁਪਤ ਰੱਖਦੇ ਹੋ, ਔਰ ਜਿਸ ਤਰੀਕੇ ਨਾਲ ਤੁਸੀਂ ਸਰਕਮਸਟੈਂਸਿਸ ਦੇਖਦੇ ਹੋ, ਔਰ ਕਈ ਵਾਰੀ ਉਹਨਾਂ ਸਰਕਮਸਟੈਂਸਿਸ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੀ ਜੇ ਅਗਰ ਹਸਬੈਂਡ ਆਉਂਦਾ ਤਾਂ ਵਾਈਫ ਨੂੰ, ਜੇ ਉਹ ਫਾਦਰ ਆਉਂਦਾ ਤਾਂ ਬੱਚਿਆਂ ਨੂੰ, ਜੇ ਬੱਚੇ ਆਉਂਦੇ ਆ ਤਾਂ ਫਾਦਰ ਨੂੰ, ਕੀ ਕਹਿਣਾ ਚਾਹੋਗੇ ਕਿ ਤੁਸੀਂ ਰੂਟ ਕਾਜ਼ ਨੂੰ ਦੇਖ ਕੇ ਉਹਨਾਂ ਨੂੰ ਹੱਲ ਲੱਭਦੇ ਹੋ, ਉਹਦਾ ਉਹਨਾਂ ਦੇ ਨਾਲ ਕਾਉਂਸਲਿੰਗ ਕਰਦੇ ਹੋ, ਔਰ ਉਹ ਕਾਉਂਸਲਿੰਗ ਕਰਨ ਦੇ ਨਾਲ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਅੱਜ ਦੇਖ ਰਹੇ ਹੋਣਗੇ ਇਸ ਚੈਨਲ 'ਤੇ, ਤੁਹਾਨੂੰ ਦੇ ਵਿਲ ਫੀਲ ਹੈਪੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਔਨਲਾਈਨ ਵੀ ਤੁਹਾਡੀ ਜਿਹੜੀ ਹੈਗੀ ਹੈ ਹੈਲਪ ਲੋਕਾਂ ਨੂੰ ਹੈ, ਔਨਲਾਈਨ 'ਤੇ ਵੀ ਤੁਸੀਂ ਹੈਲਪਿੰਗ ਕਰਦੇ ਹੋ ਲੋਕਾਂ ਦੀ। ਬਾਹਰਲੇ ਮੁਲਕਾਂ 'ਚੋਂ ਬਹੁਤ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਜਿਹੜੇ ਜਿੱਦਾਂ ਉਹ ਕਹਿੰਦੇ ਵੀ ਸਾਨੂੰ ਤਾਂ ਇੱਕ ਵਾਰੀ ਰਜੇਸ਼ ਜੀ ਹੈਲੋ ਹੈਲੋ ਹੀ ਕਰ ਲੈਣ ਤੇ ਅਸੀਂ ਸਹੀ ਹੋ ਜਾਣੇ। ਡੈਫੀਨੇਟਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਆਈ ਐਮ ਵੈਰੀ ਲੱਕੀ ਕਿ ਮੇਰੇ ਕੋਲ ਜਿੱਥੇ ਵੀ ਇੰਡੀਅਨਸ ਐਬਰੋਡ ਗਏ ਨੇ ਮੇਰੇ ਨਾਲ ਇਨ ਟੱਚ ਨੇ, ਬਿਕੋਜ਼ ਮੈਂ ਔਨਲਾਈਨ ਕਾਉਂਸਲਿੰਗ, ਸਾਈਕੋਥੈਰੇਪੀ ਐਂਡ ਹਿਪਨੋਸਿਸ ਕਰਨਾ। ਹਿਪਨੋਸਿਸ ਇਸ ਵਕਤ ਸਭ ਤੋਂ ਜ਼ਿਆਦਾ ਇਫੈਕਟਿਵ ਟੂਲਸ ਮੰਨਿਆ ਗਿਆ, ਐਂਡ ਵੀ ਆਲਸੋ ਪ੍ਰੈਕਟਿਸ ਮੈਡੀਟੇਸ਼ਨ ਆਲਸੋ। ਸੋ ਮੈਡੀਟੇਸ਼ਨ ਵੀ ਬੜਾ ਅੱਛਾ ਤਰੀਕਾ ਹੈ, ਟੂਲ ਹੈ ਇਹਨਾਂ ਚੀਜ਼ਾਂ ਨੂੰ ਕਰਨ ਲਈ। ਤਾਂ ਬਟ ਬੇਸਿਕਲੀ ਕੀ ਹੈ ਕਿ ਅਸੀਂ ਸਭ ਨੂੰ ਇਹੀ ਸੁਜੈਸ਼ਨ ਦੇਵਾਂਗੇ ਕਿ ਸਭ ਤੋਂ ਪਹਿਲੇ ਦਵਾਈ ਲੈਣ ਤੋਂ ਪਹਿਲੇ ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੋ, ਆਪਣੇ ਫਰੈਂਡਸ ਨਾਲ ਡਿਸਕਸ ਕਰੋ, ਇਕੱਲੇ ਨਾ ਰਹੋ, ਉਦਾਸ ਨਾ ਰਹੋ। ਤੁਹਾਡੇ ਲਈ ਕੋਈ ਨਾ ਇੱਕ ਅਸੀਂ ਐਟਲੀਸਟ ਵੀ ਆਰ ਦੇਅਰ ਟੂ ਹੈਲਪ ਯੂ ਵੈਨ ਐਵਰ ਯੂ ਨੀਡ ਆਵਰ ਹੈਲਪ। ਸਰ ਕੀ ਕਹਿਣਾ ਚਾਹੋਗੇ ਕਿ ਜਿਹੜੀਆਂ ਨਿਊਕਲੀਅਰ ਫੈਮਲੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਵਿਆਹ ਨੂੰ ਲੰਬਾ ਕਰਦੇ ਸੀ ਲੋਕ, ਪਹਿਲਾਂ ਗੀਤ ਗਾਉਂਦੇ ਸੀਗੇ, ਬੜਾ 15-20 ਦਿਨ ਲੋਕ ਇਕੱਠੇ ਹੋ ਕੇ ਖਾਣਾ, ਇਕੱਠੇ ਹੋ ਕੇ ਰਹਿਣਾ। ਅੱਜ ਦਾ ਜਿਹੜਾ ਯੁੱਗ ਹੈ, ਜੇ 4 ਜਣੇ ਘਰੇ ਬੈਠੇ ਆ ਤੇ ਚਾਰਾਂ ਦੇ ਅਲੱਗ-ਅਲੱਗ ਮੋਬਾਈਲ ਆ, ਅਲੱਗ-ਅਲੱਗ ਮੋਬਾਈਲਾਂ 'ਤੇ ਲੱਗੇ ਹੋਏ ਆ, ਕੋਈ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦਾ ਗਾ। ਉਹ ਖੁਸ਼ੀਆਂ, ਉਹ ਦਾਦੀ ਦੀਆਂ, ਉਹ ਨਾਨੀ ਵਾਲੀਆਂ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ, ਚਾਚੇ ਤਾਏ ਵਾਲੀਆਂ, ਕਿਉਂਕਿ ਨਿਊਕਲੀਅਰ ਫੈਮਲੀਜ਼ ਹੈਗੀਆਂ, ਜੰਮੇ ਇੱਕ ਬੱਚਾ ਹੁੰਦਾ, ਉਹ ਜਿਹਦੇ ਨਾਲ ਕਿ ਉਹ ਵਾਲੀਆਂ ਜਿਹੜੀਆਂ ਫੀਲਿੰਗਸ ਜਿਹੜੀਆਂ ਆਪਣੇ ਸਮੇਂ ਦੇ ਉੱਤੇ ਅੱਜ ਤੋਂ 40-45 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਬੰਦਿਆਂ ਨੂੰ ਅਬਜ਼ੋਰਵ ਰਹਿਣ ਦੇ ਵਿੱਚ ਐਨਰਜੈਟਿਕ ਰਹਿੰਦੇ ਸੀਗੇ ਬੰਦੇ, ਉਹ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ। ਕੀ ਕਹਿਣਾ ਚਾਹੁੰਦੇ? ਡੈਫੀਨੇਟਲੀ ਨਿਊਕਲੀਅਰ ਫੈਮਲੀ ਨਾਲ ਇਹ ਵਾਲੀ ਚੀਜ਼ਾਂ ਬਹੁਤ ਵਧੀਆ ਹੈ, ਬਿਕੋਜ਼ ਪਹਿਲੇ ਕੀ ਹੁੰਦਾ ਸੀਗਾ ਕਿ ਜਦੋਂ ਵੀ ਇੱਕ ਪਰਿਵਾਰ ਜੁਆਇੰਟ ਫੈਮਿਲੀ ਹੁੰਦੀ ਸੀ, ਇੱਕ ਦੂਜੇ ਦੀ ਜੋ ਵੀ ਕੁਝ ਸ਼ੇਅਰਿੰਗ ਹੁੰਦੀ ਸੀ, ਉਹ ਇੱਕ ਦੂਜੇ ਨਾਲ ਜਦੋਂ ਵੀ ਕੋਈ ਨੈਗੇਟਿਵ ਥੋਟਸ ਜਾਂ ਕੁਝ ਹੁੰਦੇ ਸੀ ਉਹਨੂੰ ਹੌਸਲਾ ਦੇਣ ਵਾਲੇ, ਗਾਈਡ ਕਰਨ ਵਾਲੇ ਬੜੇ ਹੁੰਦੇ ਸੀ। ਹੁਣ ਅੱਜ ਕੱਲ੍ਹ ਕੀ ਹੈ, ਸੱਸ ਦੀ ਬਹੂ ਨਾਲ ਨਹੀਂ ਬਣਦੀ, 2 ਬ੍ਰਦਰਸ ਹੈ ਉਹਨਾਂ ਦੀ ਆਪਸ ਨਹੀਂ ਬਣਦੀ, ਉਹ ਕੀ ਹੋ ਗਿਆ, ਇਕੱਠ ਜਿਹੜਾ ਫੈਮਿਲੀ ਦਾ ਸੀ ਉਹ ਖਤਮ ਹੋ ਗਿਆ। ਐਂਡ ਬੇਸਿਕਲੀ ਉਸਦੇ ਕੀ ਹੈ, ਮੋਬਾਈਲ 'ਤੇ ਬਹੁਤ ਡਿਪੈਂਡੈਂਟ ਹੈ। ਮੋਬਾਈਲ ਨੋਰਮਲੀ ਅਸੀਂ ਰਾਈਟ ਬ੍ਰੇਨ ਦੇ ਕੋਲ ਸੁਣਨੇ ਆ, ਔਰ ਇਹਨਾਂ ਦੀ ਵੇਵਸ ਇੰਨੀ ਸਟਰੋਂਗ ਹੁੰਦੀਆਂ ਹੈ ਕਿ ਰਾਈਟ ਬ੍ਰੇਨ ਨੂੰ ਬਹੁਤ ਇਫੈਕਟਿਵ ਕਰਦੀਆਂ ਹੈ। ਆਹ ਜਿਹੜੀ ਵੀ ਚੀਜ਼ਾਂ ਨੇ, ਡਿਪਰੈਸ਼ਨ, ਸਟ੍ਰੈਸ, ਜੋ ਵੀ ਆਹ ਚੀਜ਼ਾਂ ਨੇ, ਆਹ ਚੀਜ਼ਾਂ ਤਾਂ ਹੀ ਹੁੰਦੀਆਂ ਜਦੋਂ ਸਬਕੌਂਸ਼ੀਅਸ ਮਾਈਂਡ ਦੀ ਥਿੰਕਿੰਗ ਸਾਡੀ ਖਰਾਬ ਹੋ ਜਾਂਦੀ ਹੈ। ਸੋ ਇਹਦਾ ਬੈਸਟ ਹੈ ਕਿ ਹਿਪਨੋਸਿਸ ਦੇ ਥਰੂ, ਮਾਈਂਡ ਐਮਪਾਵਰਮੈਂਟ ਦੇ ਥਰੂ ਅਸੀਂ ਇਹਨਾਂ ਨੂੰ ਕਰੀਏ। ਐਂਡ ਡੈਫੀਨੇਟਲੀ ਅਗਰ ਸਾਡਾ ਲੋਨਲੀਨੈਸ ਹੈ, ਲੋਨਲੀਨੈਸ ਕੈਨ ਬੀ ਬਲਿਸ ਆਲਸੋ। ਮੇਰੀ YouTube ਤੇ ਇੱਕ ਵੀਡੀਓ ਕਿ ਦੈਟ ਯੂ ਕੈਨ ਕਨਵਰਟ ਯੂਅਰ ਲੋਨਲੀਨੈਸ ਇਨਟੂ ਬਲਿਸ। ਜਾਂ ਤਾਂ ਅਸੀਂ ਅਗਰ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਈਏ, ਅਗਰ ਅਸੀਂ ਨਿਊਕਲੀਅਰ ਫੈਮਿਲੀ 'ਚ ਰਹਿੰਦੇ ਕਿ ਸਾਨੂੰ ਆਹ ਲੋਨਲੀਨੈਸ ਫੀਲ ਨਾ ਹੋਵੇ, ਬਟ ਅਦਰਵਾਈਜ਼ ਡੈਫੀਨੇਟਲੀ ਐਜ਼ ਪਰ ਮਾਈ ਐਕਸਪੀਰੀਅੰਸ ਕਿ ਆਹ ਜਿਹੜੀ ਮੈਰਿਜ ਰਿਲੇਟਿਡ ਪ੍ਰੋਬਲਮਸ ਨੇ ਨਿਊਕਲੀਅਰ ਫੈਮਿਲੀ ਨਾਲ ਬਹੁਤ ਜ਼ਿਆਦਾ ਵਧੀਆ ਨੇ। ਸਰ ਕੀ ਕਹਿਣਾ ਚਾਹੋਗੇ ਕਿ ਕਿਤੇ ਨਾ ਕਿਤੇ ਉਹ ਚੀਜ਼ਾਂ, ਕਿਉਂਕਿ ਐਲਗੋਜੈਸਟਿਕ ਏਜਾਂ ਨੇ, ਪਹਿਲਾਂ ਕਹਿੰਦੇ ਸੀ ਸਾਲ 16ਵਾਂ ਚੜ੍ਹਿਆ ਕਿ ਬੱਚਾ 16ਵੇਂ ਸਾਲ ਦੇ ਵਿੱਚ ਜਵਾਨੀ 'ਚ ਆ ਗਿਆ। ਅੱਜ ਕੱਲ੍ਹ ਜਿਹੜਾ ਸਾਲ ਆ ਉਹ 13ਵਾਂ ਚੜ੍ਹ ਜਾਂਦਾ, 12ਵਾਂ ਚੜ੍ਹ ਜਾਂਦਾ, 12ਵੇਂ 'ਚ ਹੀ ਲੋਕ ਜਿਹੜੇ ਹੈਗੇ ਆ ਆਪਣੇ ਆਪ ਨੂੰ ਜਵਾਨ ਕਰ ਲੈਂਦੇ ਆ, ਬੱਚੇ, ਮੁੰਡੇ ਕੁੜੀਆਂ। ਔਰ ਵਿਆਹ ਜਿਹੜੇ ਆ, ਪਹਿਲਾਂ ਤਾਂ ਮੈਰਿਜ ਕਹਿੰਦੇ ਸੀਗੇ ਵੀ 18 ਸਾਲ ਦੀ ਏਜ ਹੋ ਜਾਵੇ, 20 ਸਾਲ ਦੀ ਏਜ ਹੋ ਜਾਏ, 21 ਸਾਲ ਦੀ ਏਜ ਹੋ ਜਾਏ। ਹੁਣ ਜਿਹੜੀਆਂ ਮੈਰਿਜਾਂ ਹੈਗੀਆਂ ਉਹ ਹੋਣ ਲੱਗੀਆਂ 27, 28 ਸਾਲ। ਔਰ ਉਹ ਲੋਨਲੀਨੈਸ, ਕਿਉਂਕਿ ਜਦੋਂ ਆਪਾਂ ਨੂੰ ਪੂਰਾ ਸੈਕਸ ਚੜ੍ਹਦਾ ਉਹ ਆਪਣੀ ਜਵਾਨੀ ਦੀਆਂ ਉਮਰਾਂ, ਔਰ ਉਹ ਜਵਾਨੀ ਦੀਆਂ ਉਮਰਾਂ ਤਾਂ ਅਸੀਂ ਪੜ੍ਹਾਈ ਲਿਖਾਈ ਦੇ ਵਿੱਚ ਤੇ ਹੋਰ
ਓਵਰਲੈਪਿੰਗਸ ਦੇ ਵਿੱਚ ਗੁਜ਼ਾਰ ਰਹੇ ਬੱਚੇ, ਕੀ ਕਹਿਣਾ ਚਾਹੋਗੇ? ਕਿਤੇ ਨਾ ਕਿਤੇ ਆ ਕੇ ਇਹ ਵੀ ਫੈਕਟਰ ਹੁੰਦਾ ਜਿਹਦੇ ਵਿੱਚ ਕਿ ਬੱਚੇ ਜਿਹੜੇ ਹੈਗੇ ਨੇ ਉਹ ਦੱਸ ਨਹੀਂ ਪਾਉਂਦੇਗੇ, ਬੱਚੇ ਆਪਣੀ ਫੀਲਿੰਗਸ ਨੂੰ ਜਿਹੜਾ ਹੈਗਾ ਉਹ ਸਪਰੈਸ ਕਰਕੇ ਇੱਕ ਐਸੇ ਡਿਪਰੈਸ਼ਨ ਚਲੇ ਜਾਂਦੇ। ਬਿਲਕੁਲ ਠੀਕ ਕਹਿਣਾ ਚਾਹੋਗੇ। 27-28 ਸਾਲ ਦੇ ਛੋਟੋ ਮੇਰੇ ਕੋਲ ਬੜੇ ਕੇਸਿਸ ਰਹਿੰਦੇ ਕਿ ਜਿੱਥੇ ਕੁੜੀਆਂ ਵੀ 34-35 ਸਾਲ ਦੇ ਉਹਨਾਂ ਦੀ ਮੈਰਿਜ ਨਹੀਂ ਹੁੰਦੀ ਆ, ਉਹਨਾਂ ਦੇ ਆਪਣੇ ਰੀਜ਼ਨ ਹੋ ਸਕਦੇ ਹੈ। ਔਰ ਮੇਰੇ ਕੋਲ ਬੜੇ ਇੱਦਾਂ ਦੇ ਕੇਸਿਸ ਆ ਰਹੇ ਹੈ ਕਿ ਉਹ 9th ਜਾਂ 10th ਕਲਾਸ ਦੇ ਬੱਚੇ ਵੀ ਲਿਵ ਇਨ ਰਿਲੇਸ਼ਨਸ 'ਚ ਕਾਫੀ ਨੇ, ਔਰ ਆਈ ਫੇਲ ਟੂ ਅੰਡਰਸਟੈਂਡ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਐਂਡ ਦੇ ਓਪਨਲੀ ਐਕਸੈਪਟ दैट दे आर इन लिव इन रिलेशंस नॉट विद वन विद सो मैनी बॉयज़। तो परहैप्स ਉਹਨਾਂ ਦੀ ਜਿਹੜੀ ਇੱਕ ਸੈਕਸੁਅਲ ਨੀਡ ਸੀ ਆਫਟਰ ਮੈਰਿਜ, ਯੈਸ, ਅਗਰ ਸਾਡੀ ਸੈਕਸੁਅਲ ਡਿਜ਼ਾਇਰਸ ਪੂਰੀਆਂ ਨਾ ਹੋਣ ਉਹਦੇ ਨਾਲ ਵੀ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਐਂਡ ਲੋਨਲੀਨੈਸ ਵੱਧਦੀ ਹੈ। ਤਾਂ ਪਰਹੈਪਸ ਉਹਦੇ ਨਹੀਂ, ਉਹਨਾਂ ਦੀ ਜਿਹੜੀ ਨੀਡਸ ਨੇ ਉਹ ਬੜੀ ਜਲਦੀ ਸੈਟਿਸਫਾਈਡ ਹੋ ਜਾਂਦੀਆਂ, ਇਸ ਕਰਕੇ ਸ਼ਾਇਦ ਉਹ ਮੈਰਿਜ ਵੱਲ ਜ਼ਿਆਦਾ ਖਿਆਲ ਨਹੀਂ ਕਰਦੀਆਂ। ਤਾਂ ਦਿਸ ਇਜ਼ ਆਲਸੋ ਵਨ ਆਫ ਦਾ ਕੋਜ਼ ਕਿ ਉਹ ਬੜੀ ਲੇਟ ਮੈਰਿਜਸ ਹੋ ਰਹੀਆਂ, ਔਰ ਉਸ ਨਾਲ डिप्रैशन एंड OCD एंगजाइटी वर्गी साइकोलॉजी जड़ी चीज़ा ने वो काफ़ी बढ़ रही हैं। सर की कहना चाहोगे कि अज कुछ तो लोग कहेंगे, संजय दत्त ने अपनी फिल्म 'च दिखाया कि लोगों की परवाह करते करते लोग डिप्रैशन जाते हैं, क्योंकि लोग पहला ये नहीं होया हाए लोग की कहेंगे। की कहना चाहोगे कि जिस तरीके नाल तुसीं उन्हां नूं खुला खेलना सिखाने आ, जिहड़ा बंदा तुहाडे नाल जुड़ जांदा रजेश जी, वो जिंदगी जिउणा सिख लैंदा, वो कहंदा भी नहीं मैं तां एक इंजॉयबल जिंदगी गुजारनी है, मैं अपना टाइम पास करना खुशी दे नाल। की कहना चाहोगे कि एक जिहड़े प्रैशर तुहाडे समाज दे बिना गल तो तुसीं अपने उपर हैवी कर रहे हो, उन्हां प्रैशरां नूं तुहानूं छड्डना पऊगा, बाला सोचना कि मैनूं आ मैं आ फलान, अरे अपने आप नूं एक पॉजिटिविटी, जिद्दां तुसीं पहले ही कहा कि पहली जिहड़ी स्टेज आ बंदे दी वो नैगेटिविटी पॉजिटिविटी तो शुरू हुंदी आ। जो तुसीं पहले बंदे नूं पॉजिटिव करदे हो तां अद्धी तां बीमारी जिहड़ी आ आंदी चुग लैंदे हो। और जिस तरीके दे नाल तुसीं मैਡੀਸਨ की गल करते हो कि फॉरन दे विच मैਡੀਸਨ लास्ट रिजोर्ट आ, इत्थे तां कैमिस्ट शॉपां जिहड़ियां हैगीआं वो ਚੱਲ ही उन्हां ते रहीआं ने भी बंदा गया दे ਸਕੈਟਰੀ ਦੀ नशे ਦੀ, हुण गौरमेंट ने बंद कीती है, डॉक्टर तो पर्ची बना ली मेरी 500 दवाई दी 500 गोली दी बना दे, 1000 गोली दी बना दे, क्योंकि जिहड़ी ये चीज़ां हैगीआं वो सिर्फ एक काउंसलर, एक वधिया इंसान जिहदा लंबा तजर्बा, जिन्हें जिंदगी नूं बड़ी नेड़े तो देखिया, और खुद भी जिस तरीके नाल तुसीं अपनी जिंदगी दे विच आप खुद जिहड़े हैगे काफ़ी परेशान रहे, और ਉਹਨੂੰ चीज़ नूं तुसीं ਜਦੋਂ ਉਹ ਜਿਹੜਾ टाइम ਸੀਗਾ ਉਹ पीरियड ਨੂੰ ਤੁਸੀਂ चेंज करके अपने आप ਨੂੰ ਇੱਕ ਵਧੀਆ काउंसलर भी बना लिया, बड़ी जिंदगी ਦੇ ਵਿੱਚ ਬੜੀਆਂ ਘਾਲਣਾ ਘਾਲੀਆਂ, बहुत ਵਧੀਆ ਲੈਵਲ ਦੇ ਤੁਸੀਂ ਇਨਸਾਨ ਹੋ। डेफिनेटली मैं ये जरूर कहूँगा कि हिंदुस्तान का सब तो बड़ा रोग क्या कहेंगे लोग। तो सबसे पहले मैं तो ये कहूँगा कि आजकल के बच्चों को लेके जो पेरेंट्स हैं उनके एक्सपेक्टेशन रिगार्डिंग करियर बहुत ज़्यादा हैं। कई लोग हैं जो आपके बच्चों को डॉक्टर्स बनाना चाहते हैं लेकिन बच्चे साइंटिस्ट बनना चाहते हैं। तो मैं ये कहूँगा कि बच्चों को हमें थोड़ी सी आज़ादी देनी चाहिए, बट उनको हमें ये भी सिखाना चाहिए कि जो जितने मर्जी बड़े हो जाएं लेकिन अपने रूट्स के साथ जुड़े रहें। बड़े बड़े जितने भी लोग अपने रूट्स के साथ जुड़े हैं वो कभी इन चीज़ों में नहीं गए, लेकिन बच्चों को इतनी आज़ादी नहीं देना चाहिए कि जो कि वो हमारी सभ्यता, संस्कार और ऐसी चीज़ें भूल जाएं जिससे कि वो आने वाले जो इन चीज़ों से जैसे डिप्रेशन है, स्ट्रेस है, मार्ग से भटक जाएं और लाइफ में जो भी कुछ करना चाहें वो ना कर सकें। और इसलिए एक और भी है कि हमारे इंडिया में फार्मा लॉबी इज़ वेरी स्ट्रॉन्ग। फार्मा लॉबी ने जितने भी डॉक्टर्स हैं या उनके बारे में जो क्या है उनके बारे में मैं कुछ नहीं कहना चाहूँगा, सभी लोग उससे जानते हैं क्या फार्मा लॉबी कर रही है। तो मैं ये कहूँगा कि जब भी आपका कोई बच्चा, आप खुद या आपका कोई रिलेटिव इन चीज़ों में डिप्रेशन, स्ट्रेस, ओजी, एंग्जाइटी में हो तो आप किसी की ब्लाइंडली फॉलो करने की बजाय सबसे पहले अपना रूट कॉज एनालिसिस करें। भूल जाएं कि लोग क्या कहेंगे, अपने मन में एक सोचें कि जैसे एक वो आया था कि एक कोका कोला की ऐड है, दिस इज़ द राइट चॉइस बेबी, आप उस तरह से एग्जामिन करें। एक रूट कॉज पे जाएं, आप अपने फ्रेंड्स की, अपने पेरेंट्स की, आप अपने क्लोज एंड नियर डियर्स को देखें कि आप में क्या परिवर्तन आया, कब से आया, और ये सोचने की कोशिश वो क्यों आया। अगर आप इन 3 सवालों का जवाब है, आपको किसी काउंसलर की, किसी साइकोथेरेपिस्ट की और दवाई की ज़रूरत नहीं है। और जब भी मेरी बात माने, जब भी आपको कुछ लगे मन में कुछ ऐसा, तो येस डेफिनेटली कंसल्ट ए सीजन्ड काउंसलर। आजकल बहुत ही यंग बच्चे आ गए हैं जिन्होंने कोरोस्पोंडेंस
कोर्स किया होता है, काउंसलर बन जाते हैं। किसी एक मैच्योर काउंसलर, साइकोथेरेपिस्ट एंड हिप्नोथेरेपिस्ट के जाइए। एंड हिप्नोसिस के बारे में हमारे बहुत ही गलत विचार हैं। एज ऑन डेट मैं आई वुड लाइक टू क्लैरिफाई कि हिप्नोसिस इज़ नथिंग बट अ गाइडेड मेडिटेशन, और मैंने हजारों लोगों का इससे सफल इलाज किया है। और उन लोगों का इलाज किया है कि जो कि 15-20 सालों से दवाई खा रहे थे और उनको ये लग रहा था कि ये इससे डिप्रेशन ठीक नहीं हो सकता, लेकिन मैंने उनको ठीक किया है। आज वो दवाई खा रहे हैं और बड़ा ही अच्छा लाइफ में शो कर रहे हैं। अजय जी, यू आर एन इंस्टीट्यूशन, यू हैव लॉन्ग लॉन्ग डेटास। आज हमें समय देने के लिए, आज ये स्टार्टिंग है। दर्शकों, नीचे फ़ोन नंबर चल रहे हैं डॉक्टर जय जी के, आप जब भी चाहें इनसे बात कर सकते हैं। और ऑनलाइन काउंसलिंग लेना चाहें तो भी आप ऑनलाइन काउंसलिंग ले सकते हैं। और आपका हमें समय देने के लिए सर, आई एम रियली लक्की टू बी विद यू। अजय जी, जैसे जैसे आपने ज़िंदगी का एक्सपीरियंस और इतना आपका तजर्बा है और इतने लोगों को आपने नई ज़िंदगी दी है, आपका हमें समय देने के लिए बहुत बहुत धन्यवाद। धन्यवाद जी।